जिवें हरफरा ने दस्सिया कि वाकई आखिरी जंग है, जे ये जंग आपां हार गए तो आपां अपनी होंद हार गए। इवें ही जे सानू जमीनां चों कढ़ता तो साडी भाषा मर गई, जदों तुहाडी भाषा मर गई तो तुहाडी होंद मर गई। आ मैं सामने देखदा, माफ करियो झंडा लग्या, साडी सब तो वड्डी कमजोरी पंजाब दी अज झंडे बन चुके हैं। ਅਸੀਂ 4 साल 5 साल गालां ਕੱਢਦੇ ਆ, एक दिन कोई MLA MP ਆਉਂਦਾ ਹੈ, ਉਹਦੇ ਨਾਲ ਫੋਟੋ ਖਿਚਾ ਕੇ ਆਪਾਂ ਉੱਥੋਂ ਗੁਰੂਆਂ ਦੀ ਫੋਟੋ ਚੱਕ ਕੇ ਲਾ ਕੇ, ਆਪਦੇ ਬੱਚਿਆਂ ਦੀ ਫੋਟੋ ਚੱਕ ਕੇ ਲਾ ਕੇ ਉੱਥੇ ਆਪਾਂ ਮੰਤਰੀ ਦੀ ਫੋਟੋ ਲਾ ਦਿੰਨੇ ਆ, ਆਪਾਂ ਨੂੰ ਜਾਣਦਾ ਵੀ ਨਹੀਂ ਹੁੰਦਾ। ਆਪਾਂ ਕਿਸੇ ਨੂੰ ਕਿਸੇ ਪਾਸੇ ਜਿਉਣ ਨਹੀਂ ਦਿੰਦੇ। ਜੇ ਕਿਸੇ ਨੇ ਗੱਡੀ ਲੈ ਲਈ, ਇਹ ਗਿਆ ਬਈ ਬੰਦਾ, ਜਾਂ 2 ਨੰਬਰ ਦਾ ਕੰਮ ਕਰਦਾ। ਜੇ ਉਹ ਜਿਹਦੇ ਕੋਲ 4 ਪੈਸੇ ਹੈਗੇ ਆ ਪਰ ਉਹ ਸਿੰਪਲ ਰਹਿੰਦਾ, ਪਤਾ ਮਲੰਗਾ, ਇਹਨੂੰ ਜ਼ਿੰਦਗੀ ਨਹੀਂ ਜਿਉਣੀ ਆਉਂਦੀ। ਸਾਡੀ ਹੋਂਦ ਨੂੰ ਵੇਚਦੇ ਆ, ਸਾਡੀ ਉੱਥੇ ਬੋਲੀ ਲਵਾਉਂਦੇ ਆ, ਜਿਵੇਂ ਧੀਆਂ ਭੈਣਾਂ ਦੀ ਅਬਦਾਲੀ ਲਾਉਂਦਾ ਸੀ, ਉਵੇਂ ਸਾਡੀ ਬੋਲੀ ਲੱਗਦੀ ਹੈ, ਸਾਡੀ ਵੋਟ ਦੀ ਬੋਲੀ ਲੱਗਦੀ ਹੈ। ਜਿਹੜਾ ਕਹਿੰਦਾ ਮੈਂ ਨਿਰਪੱਖ ਹਾਂ, ਮੈਂ ਉਹਨੂੰ ਬੁਜ਼ਦਲ ਬੰਦਾ ਕਹਿਣਾ। ਜਿਹੜਾ ਬੰਦਾ ਕਹਿੰਦਾ ਨਾ ਮੈਂ ਚੰਗੇ ਚ ਨਾ ਮਾੜੇ ਚ, ਉਹ ਸਭ ਤੋਂ ਬੁਜ਼ਦਲ ਦੋਗਲਾ ਬੰਦਾ। ਤੁਹਾਨੂੰ ਇੱਕ ਪੱਖ ਖੜਨਾ ਪੈਣਾ, ਜਾਂ ਤਾਂ ਚੋਰਾਂ ਨਾਲ ਖੜ ਜਾਓ ਜਾਂ ਸਾਧ ਨਾਲ ਖੜ ਜਾਓ। ਕਿਸੇ ਨੇ ਵੀ, ਬੀਬੀਆਂ ਨੇ ਵੀ, ਆਪਾਂ ਡਿਮਾਂਡ ਕਰਦੇ ਨੇ ਆ ਵੀ ਮੇਰੇ ਭਰਾ ਦਾ ਵਿਆਹ, ਸੂਟ ਲੈਣਾ ਮੈਂ ਸਿਲਕ ਦਾ ਜਾਂ ਕਿਸੇ ਦਾ ਵੀ। ਜਦੋਂ ਕਮਾਈ ਨਹੀਂ ਰਹੂਗਾ ਕਿ ਕਿਹੜੇ ਸੂਟ ਤੇ ਕਿਹੜੀਆਂ ਜੁੱਤੀਆਂ, ਸਿਰਫ ਸਰਕਾਰਾਂ ਦੀਆਂ ਖਾਣ ਨੂੰ ਹੀ ਮਿਲਣੀਆਂ ਨੇ, ਸਿਰਾਂ 'ਚ ਪਾਉਣ ਨੂੰ ਨਹੀਂ ਮਿਲਣੀਆਂ। ਪੈ ਗਿਆ ਵਕਤ ਹਾਂ ਪੰਜਾਬੀ ਉੱਤੇ ਭਾਰੀ, ਬਜ਼ੁਰਗਾਂ ਨੇ ਬਹੁਤ ਕੀਤਾ ਆਪਣੀ ਇਹ ਵਾਰੀ। ਮਾਰ ਕੇ ਜ਼ਮੀਰਾਂ ਕਿਵੇਂ ਮਿਲ ਜੂਗਾ ਚੈਨ, ਉੱਠਿਆਂ ਬਗੈਰ ਨਹੀਂ ਹੁਣ ਕੋਈ ਚਾਰਾ। ਮੌਤ ਤਾਂ ਪੱਕੀ ਏ ਪੱਕਾ ਮਰਨਾ ਏ ਯਾਰਾ, ਮਰੀਏ ਹੱਕਾਂ ਲਈ ਹੋਊ ਵੱਖਰਾ ਨਜ਼ਾਰਾ। ਇਸੇ ਨੌਜਵਾਨਾਂ ਨੇ ਬੋਰੀਆਂ ਮਿੱਟੀ ਦੀਆਂ ਭਰ ਭਰ ਬੰਨ ਬੋਰੀਆਂ ਨਾਲ ਲਾਤੇ ਸੀ। ਪੰਜਾਬ ਦੀ ਜਵਾਨੀ, ਪੰਜਾਬ ਦਾ DNA ਇੰਨਾ ਕਮਜ਼ੋਰ ਨਹੀਂ ਕਿ ਸਿਰੰਜ ਖਤਮ ਕਰ ਜੇ। ਤੁਸੀਂ ਲੋਕ ਕਹਿੰਦੇ ਤੁਹਾਨੂੰ ਲੀਡਰ ਜੁੱਤੀਆਂ ਮਾਰਦੇ, ਆਪਾਂ ਜੁੱਤੀਆਂ ਜ਼ਰੂਰ ਖਾਣੀਆਂ, ਆਪਾਂ ਮਾਰਨ ਵਾਲੇ ਕਿਉਂ ਨਹੀਂ ਹੁੰਦੇ? ਆਪਾਂ ਮਾਰਨ ਵਾਲੇ ਉਦੋਂ ਹੋਵਾਂਗੇ ਜਿੱਦਣ ਬਾਹ ਫੜ ਕੇ ਸਵਾਲ ਪੁੱਛਾਂਗੇ, ਭਾਈ ਦੱਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰੇ ਚੱਕਰ ਨਿਵਾਸੀਆਂ ਨੂੰ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਪਿੰਡ ਨੂੰ ਬਹੁਤ ਸੋਹਣਾ ਬਣਾਇਆ। ਮੈਂ ਅਜਮੇਰ ਸਿੰਘ ਹੋਰਾਂ ਦੇ ਭੋਗ ਤੇ ਕਈ ਸਾਲ ਹੋ ਗਏ, ਉਦੋਂ ਆਇਆ ਸੀ। ਉਸ ਤੋਂ ਬਾਅਦ ਅੱਜ ਮੌਕਾ ਮਿਲਿਆ ਕਿ ਜਿਹੜੇ ਸੰਘਰਸ਼ ਲਈ ਆਪਾਂ ਸਾਰੇ ਇਕੱਠੇ ਹੋਏ ਹਾਂ, ਵੱਧ ਤੋਂ ਵੱਧ ਲਾਮਬੰਦ ਹੋ ਕੇ ਦਿੱਲੀ ਨੂੰ ਕੂਚ ਕਰਨਾ ਔਰ ਇਹ ਜੰਗ ਜਿੱਤਣੀ ਹੈ। ਇਹ ਜੰਗ ਸਾਡੀ, ਜਿਵੇਂ ਹਰਫਰਾ ਨੇ ਦੱਸਿਆ ਕਿ ਵਾਕਈ ਆਖਰੀ ਜੰਗ ਹੈ। ਜੇ ਇਹ ਜੰਗ ਆਪਾਂ ਹਾਰ ਗਏ ਤਾਂ ਆਪਾਂ ਆਪਣੀ ਹੋਂਦ ਹਾਰ ਗਏ। ਕਿਉਂਕਿ ਜਿਹੜੀ ਤੁਹਾਡੀ ਜ਼ਮੀਨ ਆ, ਆਪਣੇ ਬਜ਼ੁਰਗ ਆ, ਆਪਾਂ ਜ਼ਮੀਨ ਦੇ ਵਿੱਚ ਜਦੋਂ ਖੇਤੀ ਕਰਦੇ ਹਾਂ ਜਾਂ ਆਪਣੇ ਪਿੰਡਾਂ 'ਚ ਜਿਹੜੀ ਭਾਸ਼ਾ ਆਪਾਂ ਬੋਲਦੇ ਹਾਂ, ਇਹ ਜਾ ਕੇ ਆਪਾਂ ਸ਼ਹਿਰਾਂ 'ਚ ਨਹੀਂ ਬੋਲਦੇ। ਜਿਹੜੀ ਠੇਠ ਪੰਜਾਬੀ ਜੇ ਆਪਾਂ ਬੋਲਦੇ ਹਾਂ, ਆਪਣੇ ਖੇਤਾਂ 'ਚ ਬੋਲਦੇ ਹਾਂ, ਜੇ ਸਾਡੀ ਇਹ ਬਿੱਲ ਸਾਡੇ ਤੇ ਲਾਗੂ ਹੋ ਗਏ ਤਾਂ ਸਾਡੇ ਬੱਚੇ ਜਦੋਂ ਸਾਡੇ ਕੋਲ ਜ਼ਮੀਨਾਂ ਨਾ ਰਹੀਆਂ, ਜਾ ਕੇ ਵੱਡੇ ਸ਼ਹਿਰਾਂ ਦੇ ਵਿੱਚ ਲੇਬਰ ਕਰਨਗੇ ਜਾਂ ਨੌਕਰੀਆਂ ਕਰਨਗੇ, ਜੌਬ ਕਰਨਗੇ, ਤਾਂ ਉੱਥੇ ਬਿਹਾਰ ਤੋਂ, ਯੂਪੀ ਤੋਂ, ਕੇਰਲਾ ਤੋਂ, ਕਰਨਾਟਕਾ ਤੋਂ ਆਏ ਹੋਏ ਲੋਕ ਹੋਣਗੇ। ਫਿਰ ਆਪਾਂ ਉਹਨਾਂ ਨੂੰ ਆਪਣੀ ਗੱਲ ਦੱਸਣ ਲਈ ਪੰਜਾਬੀ ਨਹੀਂ ਬੋਲਾਂਗੇ। ਜਿਵੇਂ ਕਿ ਆਪਣੇ ਬਿਹਾਰ ਤੋਂ ਬਿਹਾਰੀ ਇੱਥੇ ਭਈਏ ਜਿਹਨਾਂ ਨੂੰ ਆਪਾਂ ਕਹਿੰਦੇ ਆ ਆਉਂਦੇ ਆ, ਤਾਂ ਆਪਾਂ ਜਦੋਂ ਉਹਨਾਂ ਨਾਲ ਖੇਤਾਂ 'ਚ ਗੱਲ ਕਰਦੇ ਹਾਂ, ਨਾ ਆਪਾਂ ਹਿੰਦੀ ਬੋਲਦੇ ਹਾਂ, ਨਾ ਆਪਾਂ ਪੰਜਾਬੀ ਬੋਲਦੇ ਹਾਂ, ਨਾ ਹੀ ਆਪਾਂ ਉਹਨਾਂ ਦੀ ਜਿਹੜੀ ਭੋਜਪੁਰੀ ਆ ਉਹ ਬੋਲਦੇ ਹਾਂ। ਧਾਰਾ ਮਾਰਾ ਕਿਆ ਕਰਤਾ ਹੈ, ਟੋਆ ਲਾਂਘਾ ਜਾਤਾ ਹੈ, ਟਾਪਾ ਜਾਤਾ ਹੈ। ਮਤਲਬ ਅਸੀਂ ਉਹਨਾਂ ਦੀ ਭਾਸ਼ਾ ਵੀ ਵਿਗਾੜ ਲਈ ਤੇ ਆਪਣੀ ਵੀ ਵਿਗਾੜ ਲਈ। ਇਵੇਂ ਹੀ ਜੇ ਸਾਨੂੰ ਜ਼ਮੀਨਾਂ 'ਚੋਂ ਕੱਢਤਾ ਤਾਂ ਸਾਡੀ ਭਾਸ਼ਾ ਮਰ ਗਈ। ਜਦੋਂ ਤੁਹਾਡੀ ਭਾਸ਼ਾ ਮਰ ਗਈ ਤਾਂ ਤੁਹਾਡੀ ਹੋਂਦ ਮਰ ਗਈ। ਜ਼ੁਬਾਨ ਦੇ ਨਾਲ ਤੁਹਾਡੀ ਪਹਿਚਾਣ ਆ, ਤੁਹਾਡੇ ਲਿਬਾਸ ਦੇ ਨਾਲ ਤੇ ਤੁਹਾਡੀ ਜ਼ੁਬਾਨ ਦੇ ਨਾਲ ਪਹਿਚਾਣ ਆ। ਜਦੋਂ ਤੁਹਾਡੀ ਬੋਲੀ ਮਰ ਗਈ, ਪਹਿਚਾਣ ਮਰ ਗਈ ਤਾਂ ਆਪਣੀ ਹੋਂਦ ਖਤਮ ਹੈ। ਇਸ ਲਈ ਇਹ ਜੰਗ ਜਿਹੜੀ ਹੈ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਨਿੱਜੀ ਸਵਾਰਥ ਛੱਡ ਕੇ, ਨਿੱਜੀ
मतलबां नूं छड्ड के, निजी लड़ाइयां नूं छड्ड के, पार्टियां बाजियां तो उत्ते उठ के ये लड़ाई लड़नी पैनी आ, तां आपां ये लड़ाई जित सकते हैं। आ मैं सामने देखदा, माफ़ करिओ झंडा लग्या। साडी सब तो वड्डी कमजोरी पंजाब दी अज झंडे बन चुके हैं, पार्टियां दे झंडे। सानू साडे घरां दे उत्ते साडे गुरुआं दे दित्ते झंडे क्यों नहीं है, पार्टियां दे झंडे क्यों ने? साडे ड्राइंग रूमां दे विच ਅਸੀਂ 4 साल 5 साल गालां ਕੱਢਦੇ ਆਂ, एक दिन कोई MLA MP ਆਉਂਦਾ ਹੈ, ਉਹਦੇ ਨਾਲ ਫੋਟੋ ਖਿਚਾ ਕੇ ਆਪਾਂ ਉੱਥੋਂ ਗੁਰੂਆਂ ਦੀ ਫੋਟੋ ਚੱਕ ਕੇ ਲਾ ਕੇ, ਆਪਦੇ ਬੱਚਿਆਂ ਦੀ ਫੋਟੋ ਚੱਕ ਕੇ ਲਾ ਕੇ ਉੱਥੇ ਆਪਾਂ ਮੰਤਰੀ ਦੀ ਫੋਟੋ ਲਾ ਦਿੰਦੇ ਆ। ਆਪਾਂ ਨੂੰ ਜਾਣਦਾ ਵੀ ਨਹੀਂ ਹੁੰਦਾ। ਅਸੀਂ ਇੰਨੀ ਇੱਥੋਂ ਤੱਕ ਆਪਾਂ ਇੱਕ ਚਮਚਾਗਿਰੀ ਕਹਿ ਸਕਦਾ ਮੈਂ ਕਰਦੇ ਆ। ਆਪਾਂ ਕਿਉਂ ਨਹੀਂ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਲਾਉਂਦੇ, ਤਾਂ ਜੋ ਘੱਟੋ ਘੱਟ ਆਪਣਾ ਬੱਚਾ ਪੁੱਛੇ ਕਿ ਕੌਣ ਆ ਇਹ? ਭਗਤ ਸਿੰਘ ਦੀ ਫੋਟੋ ਲੱਗੀ ਹੈ, ਕੌਣ ਆ, ਇਹਨੇ ਕੀ ਕੀਤਾ ਸੀ? ਤੇ ਜਦੋਂ ਆਪਾਂ ਦੱਸਦੇ ਆ MLA ਆ ਭਾਈ ਆਪਣੇ ਇਲਾਕੇ ਦਾ, 5 ਸਾਲਾਂ ਬਾਅਦ ਉਹ MLA ਵੀ ਨਹੀਂ ਹੁੰਦਾ। ਪਰ ਅਸੀਂ ਫੋਟੋ ਲਾ ਕੇ ਫਿਰ ਨਵਾਂ ਹੁੰਦਾ ਉਹਦੇ ਨਾਲ ਖਿਚਾ ਲੈਂਦੇ ਆ, ਪਰ ਭਗਤ ਸਿੰਘ ਦੀ ਫੋਟੋ ਨਹੀਂ। ਅਸੀਂ ਕਿਉਂ ਨਹੀਂ ਸਲੋਕ ਲਾਉਂਦੇ ਜਿਹੜੇ ਸਾਨੂੰ ਗੁਰੂਆਂ ਨੇ ਸਲੋਕ ਦਿੱਤੇ ਆ ਗੁਰੂ ਗ੍ਰੰਥ ਸਾਹਿਬ ਚੋਂ, ਕਿਉਂ ਨਹੀਂ ਉਹ ਆਪਾਂ ਆਪਣੇ ਘਰਾਂ 'ਚ ਲਾਏ? ਅਸੀਂ ਕੀ ਲਾਤੀਆਂ? ਝੰਡੇ ਲਾਤੇ ਪਾਰਟੀਆਂ ਦੇ, ਤੇ ਡਰਾਇੰਗ ਰੂਮਾਂ 'ਚ ਫੋਟੋਆਂ ਲਾਤੀਆਂ ਉਹਨਾਂ ਮੰਤਰੀਆਂ ਦੀਆਂ। ਆਪ ਮੁਲਾਜ਼ਮ ਵੀਰ ਖੜੇ ਆ ਕਿ ਜ਼ਰੂਰੀ ਨਹੀਂ ਹੁੰਦਾ ਸਾਰੇ ਇੱਕ ਬਰਾਬਰ ਹੋਣ। ਅਸੀਂ ਜਦੋਂ ਸਾਨੂੰ ਨਾਕੇ ਤੇ ਕੋਈ ਪੁਲਿਸ ਵਾਲਾ ਰੋਕਦਾ, ਸਾਡੀ ਮਾਨਸਿਕਤਾ ਅਸੀਂ ਇੱਥੋਂ ਤੱਕ ਕਮਜ਼ੋਰ ਕਰ ਗਈ। ਅਸੀਂ ਪਹਿਲੀ ਨੋਟ ਕੱਢਿਆ ਹੁੰਦਾ ਹੱਥ 'ਚ, ਜਾਂ ਅਸੀਂ ਮੋਬਾਈਲ ਕੱਢਿਆ ਹੁੰਦਾ ਕਿ ਆਹ ਲਓ ਜੀ ਮੈਨੂੰ ਤਾਂ MLA ਜਾਣਦਾ ਜਾਂ ਮੈਨੂੰ ਕੋਈ ਮੰਤਰੀ ਜਾਣਦਾ, ਹਾਲਾਂਕਿ ਉਹਨੇ ਤੁਹਾਡੇ ਤੋਂ ਪੈਸੇ ਮੰਗੇ ਹੀ ਨਹੀਂ। ਹੋ ਸਕਦਾ ਤੁਸੀਂ ਆਪਦੀ ਪ੍ਰੋਬਲਮ ਦੱਸੋ, ਪਹਿਲੀ ਗੱਲ ਤਾਂ ਕਾਗਜ਼ ਪੂਰੇ ਰੱਖੋ, ਤੁਸੀਂ ਆਪਦੀ ਪ੍ਰੋਬਲਮ ਦੱਸੋ ਕਿ ਭਾਈ ਮੇਰਾ ਫਲਾਣਾ ਬਿਮਾਰ ਹੈ, ਜਾਂ ਕੋਈ ਜੈਨੂਅਨ ਪ੍ਰੋਬਲਮ ਦੱਸੋ, ਤੁਹਾਨੂੰ ਛੱਡ ਦੂਗਾ। ਸਾਨੂੰ ਬਹੁਤ ਵਾਰ ਪੁਲਿਸ ਵਾਲੇ ਰੋਕਦੇ ਆ, ਪਰ ਜਦੋਂ ਤਮੀਜ਼ ਨਾਲ ਗੱਲ ਕਰੋਗੇ, ਸਿਆਣੇ ਬਣ ਕੇ ਗੱਲ ਕਰੋਗੇ, ਇਹ ਮੁਲਾਜ਼ਮ ਆ, ਕੋਈ ਵੀ ਬੰਦਾ ਨਾ ਤਾਂ ਕਰਪਟ ਜੰਮਦਾ, ਉਹਨੂੰ ਸਿਸਟਮ ਬਣਾਉਂਦਾ। ਆਪਾਂ ਲੋਕ ਕਿਸੇ ਨੂੰ ਕਰਪਟ ਬਣਾਉਂਦੇ ਆ। ਆਪਾਂ ਲੋਕਾਂ ਨੇ ਹੀ ਇਹਨਾਂ ਮੰਤਰੀਆਂ ਨੂੰ, ਲੀਡਰਾਂ ਨੂੰ ਸਿਰ ਤੇ ਚਾੜਿਆ। ਇਹ ਆਪਾਂ ਬੋਤਲ, ਇੱਕ ਬੋਤਲ ਤੇ ਕੋਕ ਦੀ ਜਾਂ ਸ਼ਰਾਬ ਦੀ ਬੋਤਲ ਤੇ ਜਾਂ ਥੋੜੇ ਜਿਹੇ ਨਸ਼ੇ ਜਾਂ ਕੁਝ ਪੈਸਿਆਂ ਤੇ ਆਪਾਂ ਆਪਣੀ ਮੱਤ ਦਾ ਦਾਨ ਜਿਹਨੂੰ ਕਰਦੇ ਆ, ਵੋਟ ਵੇਚ ਦਿੰਦੇ ਆ, ਆਪਾਂ ਆਪਣਾ ਅਧਿਕਾਰ ਵੇਚ ਦਿੰਦੇ ਆ, ਉਹਨਾਂ ਨੂੰ ਦੇ ਦਿੰਦੇ ਆ। ਫਿਰ ਉਹ ਆਪਣੀ ਬੋਲੀ ਲਵਾਉਂਦੇ ਆ ਜਾ ਕੇ ਦਿੱਲੀ, ਫਿਰ ਉਹ ਆਪਣੇ ਆਪ ਨੂੰ ਵੇਚਦੇ ਆ ਜਾ ਕੇ ਦਿੱਲੀ। ਤਾਂ ਸਾਰਾ ਇਦਾਂ ਹੀ ਸਾਨੂੰ ਅੱਜ ਤੱਕ ਕਾਬਲ ਕੰਧਾਰ ਤੋਂ ਲੱਗ ਕੇ ਦਿੱਲੀ ਤੱਕ ਦਾ ਪੰਜਾਬ ਵੰਡਦੇ ਟੁੱਟਦੇ ਅੱਜ ਸਾਡੇ ਕੋਲ ਐਡਾ ਕ ਪੰਜਾਬ ਰਹਿ ਗਿਆ, ਉਹ ਵੀ ਖੋਣ ਨੂੰ ਫਿਰਦੇ ਆ। ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ। ਅਸੀਂ ਕੀ ਕਰਦੇ ਆ? ਜੇ ਕੋਈ ਸਧਾਰਨ ਬੰਦਾ, ਜੇ ਕੋਈ ਸਿੰਪਲ ਰਹਿਣਾ ਚਾਹੁੰਦਾ, ਤਾਂ ਆਪਾਂ ਕਹਿੰਦੇ ਉਹਦਾ ਮਲੰਗ ਆ, ਇਹਦੇ ਪੱਲੇ ਕੀ ਆ? ਜੇ ਉਹਨੇ ਸੋਹਣੇ ਕੱਪੜੇ ਪਾਲੇ, ਇਹ 2 ਨੰਬਰ ਦਾ ਕੰਮ ਕਰਦਾ, ਇਹਦੇ ਦਿਨ ਮਾੜੇ ਆ, ਇਹ ਵੇਚੂ ਸਭ ਕੁਝ। ਆਪਾਂ ਦਾਤੀ ਦਾ ਤਾਂ ਇੱਕ ਪਾਸੇ ਹੈ ਨਾ, ਦੁਨੀਆ ਦੇ ਦੋਨੇ ਪਾਸੇ ਦਿੰਦੇ ਆ। ਆਪਾਂ ਕਿਸੇ ਨੂੰ ਕਿਸੇ ਪਾਸੇ ਜਿਉਣ ਨਹੀਂ ਦਿੰਦੇ। ਜੇ ਕਿਸੇ ਨੇ ਗੱਡੀ ਲੈ ਲਈ, ਇਹ ਗਿਆ ਬਈ ਬੰਦਾ, ਜਾਂ 2 ਨੰਬਰ ਦਾ ਕੰਮ ਕਰਦਾ। ਜੇ ਉਹ ਜਿਹਦੇ ਕੋਲ 4 ਪੈਸੇ ਹੈਗੇ ਆ ਪਰ ਉਹ ਸਿੰਪਲ ਰਹਿੰਦਾ, ਉਹਦਾ ਮਲੰਗ ਆ, ਇਹਨੂੰ ਜ਼ਿੰਦਗੀ ਨਹੀਂ ਜਿਉਣੀ ਆਉਂਦੀ। ਸਾਨੂੰ ਆਪਣੇ ਆਪ ਨੂੰ ਸਿੰਪਲ ਸਧਾਰਨ ਕਰਨਾ ਪਊਗਾ, ਸਾਡੀ ਜ਼ਿੰਦਗੀ ਨੂੰ ਸੁਖਾਵਾਂ ਕਰਨਾ ਪਊਗਾ, ਤਾਂ ਜੋ ਇਹ ਲੀਡਰ ਆਪਣੀਆਂ ਕਮਜ਼ੋਰੀਆਂ ਆਪਾਂ ਦਾ ਫਾਇਦਾ ਨਾ ਉਠਾਉਣ। ਆਪਾਂ ਉਹੀ ਜਿਹੜੀਏ ਸੁਪਨਿਆਂ ਦੇ ਵੱਡੇ ਵੱਡੇ ਉਨੀ ਹੋਣ ਤੋਂ ਬਾਹਰ ਜਾ ਕੇ, ਚਾਦਰ ਤੋਂ ਬਾਹਰ ਪੈ ਕੇ ਜਦੋਂ ਪੈਰ ਪਸਾਰਦੇ ਆ, ਤਾਂ ਆਪਣੇ ਸਵਾਰਥ ਲਈ ਆਪਾਂ ਉਹਨਾਂ ਨੂੰ ਵਰਤਦੇ ਆ, ਫਿਰ ਉਹ ਤੁਹਾਨੂੰ ਵਰਤਦੇ ਆ, ਤੇ ਸਾਡੇ ਹੱਕ, ਸਾਡੀ ਹੋਂਦ ਨੂੰ ਵੇਚਦੇ ਆ। ਸਾਡੀ ਉੱਥੇ ਬੋਲੀ ਲਵਾਉਂਦੇ ਆ, ਜਿਵੇਂ ਧੀਆਂ ਭੈਣਾਂ ਦੀ ਅਬਦਾਲੀ ਲਾਉਂਦਾ ਸੀ, ਉਵੇਂ ਸਾਡੀ ਬੋਲੀ ਲੱਗਦੀ ਹੈ, ਸਾਡੀ ਵੋਟ ਦੀ ਬੋਲੀ ਲੱਗਦੀ ਹੈ। ਸਾਨੂੰ ਇਹ ਸਮਝਣਾ ਪੈਣਾ। ਇੱਕ ਗੱਲ ਹੋਰ ਆ, ਅਸੀਂ ਕਹਿੰਦੇ ਆ ਕਿ ਮੈਨੂੰ ਕੀ, ਮੈਂ ਤਾਂ ਯਾਰ ਨਿਰਪੱਖ ਹਾਂ, ਨਾ ਮੈਂ ਚੰਗੇ 'ਚ ਨਾ ਮਾੜੇ 'ਚ। ਨਹੀਂ, ਤੁਹਾਨੂੰ ਇੱਕ ਪੱਖ ਲੈਣਾ ਪੈਣਾ। ਜਿਹੜਾ ਬੰਦਾ ਲੀਡਰਾਂ ਦੀ ਚਾਟੂਕਾਰੀ ਕਰਦਾ, ਜਾਂ ਉਹਨੇ ਕਿਤੇ ਖੜਨਾ, ਕਿਤੇ MC ਸਰਪੰਚ ਖੜਨਾ ਹੋਊਗਾ, ਉਹਦਾ ਤਾਂ ਪਤਾ ਲੱਗਦਾ ਕਿ ਉਹ ਤਗੜੀ ਧਿਰ ਵੱਲ ਖੜ ਗਿਆ, ਜਾਂ ਉਹਨੇ ਕੋਈ 4 ਪੈਸੇ ਬਣਾਉਣੇ ਹੋਣਗੇ, ਕੋਈ ਦਾਰੂ ਫੇਮ ਭੁੱਕੀ ਵੇਚਣੀ ਹੋਣੀ ਆ। ਪਰ ਆਮ ਲੋਕ ਆਪਾਂ ਕਹਿੰਦੇ ਨੇ ਯਾਰ ਨਾ ਆਪਾਂ ਚੰਗੇ 'ਚ ਨਾ ਮਾੜੇ 'ਚ। ਤੁਹਾਨੂੰ ਖੜਨਾ ਪੈਣਾ। ਤੁਹਾਨੂੰ ਘੱਟੋ ਘੱਟ ਅਸੀਂ ਆਪਣੇ ਆਪ ਵਾਲੀ ਤਾਂ ਖੜ ਲਈਏ। ਜਿਹੜਾ ਕਹਿੰਦਾ ਮੈਂ ਨਿਰਪੱਖ ਹਾਂ, ਮੈਂ ਉਹਨੂੰ ਬੁਜ਼ਦਲ ਬੰਦਾ ਕਹਿਣਾ। ਜਿਹੜਾ ਬੰਦਾ ਕਹਿੰਦਾ ਨਾ ਮੈਂ ਚੰਗੇ 'ਚ ਨਾ ਮਾੜੇ 'ਚ, ਉਹ ਸਭ ਤੋਂ ਬੁਜ਼ਦਲ ਦੋਗਲਾ ਬੰਦਾ। ਤੁਹਾਨੂੰ ਇੱਕ ਪੱਖ ਖੜਨਾ ਪੈਣਾ, ਜਾਂ ਤਾਂ ਚੋਰਾਂ ਵੱਲ ਖੜ ਜਾਓ ਜਾਂ ਸਾਧ ਵੱਲ ਖੜ ਜਾਓ। ਇੱਕ ਪਾਸੇ ਖੜੋ, ਡਟ ਕੇ ਖੜੋ। ਸਾਡੇ ਅੰਦਰ ਦਿਮਾਗ ਤੇ ਕੁਝ ਹੋਰ ਚੱਲਦਾ ਹੁੰਦਾ, ਦਿਲ 'ਚ ਕੁਝ ਹੋਰ ਚੱਲਦਾ ਹੁੰਦਾ। ਇਦਾਂ ਤਾਂ ਹੀ ਸਾਡਾ ਇਹ ਫਾਇਦਾ ਉਠਾਉਂਦੇ ਆ। ਆਪਣੇ ਆਪ ਨੂੰ ਅਸੀਂ ਜਿੰਨਾ ਸੁਖਾਵਾਂ ਕਰ ਲਾਂਗੇ ਤਾਂ ਬਚ ਜਾਾਂਗੇ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਬਿੱਲ ਕੀ ਨੇ? ਮੈਨੂੰ ਹੱਥ ਖੜਾ ਕਰਕੇ
कि पता है ਅਸੀਂ ਇਹ ਜਿਹੜਾ बोल रहे हैं ਜਾਂ ਇਹ ਧਰਨੇ ਲੱਗ ਰਹੇ ਆ क्यों लग रहे ਆ किन्ने ਕੁ ਲੋਕਾਂ ਨੂੰ पता मोस्टली 60% ਨੂੰ पता पर 40% ਨੂੰ ਹਾਲੇ भी नहीं पता ਐਵੇਂ ਹੀ ਸਾਰੇ ਪੰਜਾਬ ਨੂੰ ਹਾਲੇ ਵੀ ਲੱਗਦਾ ਇਹ ਜੱਟਾਂ ਦਾ ਕੰਮ ਹੈ ਜੱਟਾਂ ਦਾ ਉਹਦੇ ਚੋਂ ਵੀ आरएसएस ਜਾਂ बीजेपी ਉਹਨਾਂ ਨੂੰ ਸਿੱਖਾਂ ਦਾ ਮਸਲਾ ਬਣਾਇਆ ਪਿਆ ਇਹ ਕਿ ਜ਼ਿਮੀਂਦਾਰਾਂ ਦਾ ਨਹੀਂ ਭਰਾਵੋ ਇਹ ਜ਼ਿਮੀਂਦਾਰਾਂ ਦਾ ਮਸਲਾ ਨਹੀਂ ਹੈ ਇਹ ਬਿੱਲਾਂ ਦੇ ਨਾਲ ਸਭ ਤੋਂ ਪਹਿਲਾਂ ਮਜ਼ਦੂਰ ਵਰਗ ਨੇ ਮਰਨਾ ਕਿਉਂਕਿ ਜਿਹੜੇ ਕੰਮ ਵਾਸਤੇ ਆਏ ਪਏ ਆ ਉਹਦੀ ਜਾਣਕਾਰੀ ਹੋਣੀ ਤੁਹਾਨੂੰ ਬੇਸਿਕ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਸਾਡੇ ਤਾਂ ਕੱਲ ਦੀਵਾਲੀ ਲੰਘੀ ਆ ਤਾਂ ਮੈਂ ਇੱਕ ਪੱਤਰਕਾਰ ਦੇਖਦਾ ਸੀ ਕਿ ਉਹ ਲੋਕਾਂ ਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਦੀਵਾਲੀ ਦਾ ਤਾਂ ਪਤਾ ਬੰਦੀ ਛੋੜ ਦਿਵਸ ਦਾ ਪਤਾ ਮੈਨੂੰ ਬਹੁਤ ਅਫਸੋਸ ਹੋਇਆ ਤੇ ਸ਼ਰਮ ਵਾਲੀ ਗੱਲ ਸੀ ਕਿ 50-50 60 ਸਾਲ ਦੇ ਬਜ਼ੁਰਗ ਚੰਡੀਗੜ੍ਹ ਕਿਸੇ ਮਾਰਕੀਟ 'ਚ ਕੁੜੀ ਪੁੱਛ ਰਹੀ ਸੀ ਤਾਂ ਲੋਕਾਂ ਨੂੰ ਬੰਦੀ ਛੋੜ ਦਿਵਸ ਦਾ ਨਹੀਂ ਸੀ ਪਤਾ ਇੱਥੇ ਪਤਾ ਕਿੰਨੇ ਕੁ ਲੋਕਾਂ ਨੂੰ ਪਤਾ ਬੰਦੀ ਛੋੜ ਦਿਵਸ ਆਪਾਂ ਕੱਲ ਮਨਾਇਆ ਹਰ ਸਾਲ ਮਨਾਉਂਦੇ ਆ ਕਿੱਥੋਂ ਕਿੱਥੋਂ ਉਮਰਾਂ ਹੋ ਗਈਆਂ ਬੱਚੇ ਬੰਦੇ ਹਰ ਸਾਲ ਦੀਵਾਲੀ ਪਟਾਕੇ ਚਲਾਉਣ ਤੱਕ ਮਤਲਬ ਸਿਰਫ ਵੀ ਪਟਾਕੇ ਚਲਾਉਣੇ ਆ ਵੱਡਿਆਂ ਨੂੰ ਐ ਮੱਛੀ ਖਾ ਲਈ ਤੇ ਦਾਰੂ ਪੀ ਲਈ ਸਰਕਾਰੀ ਬੰਦੇ ਨੂੰ ਐ ਵੀ ਚੱਲ ਮੈਨੂੰ ਕੋਈ ਗਿਫਟ ਆ ਜੂ ਇਹਦੇ ਉੱਤੇ ਸਾਨੂੰ ਪਤਾ ਹੀ ਨਹੀਂ ਕਿ ਬੰਦੀ ਛੋੜ ਦਿਵਸ ਕੀ ਸੀ ਉਵੇਂ ਹੀ ਸਾਨੂੰ ਇਹ ਬਿੱਲਾਂ ਦਾ ਲੋਕਾਂ ਨੂੰ ਹਾਲਿਆ ਕਿ ਜੱਟਾਂ ਦਾ ਕੰਮ ਆ ਇਹ ਜਿਵੇਂ ਪਿੰਡਾਂ ਵਾਲਾ ਮਸਲਾ ਸਭ ਤੋਂ ਪਹਿਲਾਂ ਮਜ਼ਦੂਰ ਮਰੂਗਾ ਕਿਉਂਕਿ ਇਹਨਾਂ ਨੇ ਜਿਹੜੀ ਸਾਡੀ ਫਸਲ ਹੈ 3 ਬਿੱਲ ਨੇ ਕੰਟਰੈਕਟ ਫਾਰਮਿੰਗ ਸਮਝੌਤਾ ਵਪਾਰੀ ਨਾਲ ਤੇ ਕਿਸਾਨ ਨਾਲ ਇੱਕ ਜ਼ਰੂਰੀ ਜਿਹੜਾ ਅਨਾਜ ਆ ਉਹਦਾ ਭੰਡਾਰੀਕਰਨ ਅਨਲਿਮਟਿਡ ਜਿੰਨਾ ਮਰਜ਼ੀ ਉਹ ਭੰਡਾਰ ਜਮ੍ਹਾਂ ਕਰ ਸਕਦੇ ਆ ਕੋਈ ਉਹਨਾਂ ਨੂੰ ਰੋਕੂਗਾ ਨਹੀਂ ਇੱਕ ਉਹਨਾਂ ਦਾ ਕਿ ਇੱਕ ਦੇਸ਼ ਇੱਕ ਮੰਡੀ ਕੰਟਰੈਕਟ ਫਾਰਮਿੰਗ ਦੇ ਨਾਲ ਉਹਦੇ 'ਚ ਕੀ ਆ ਇਹਨਾਂ ਨੇ ਜਿਹੜਾ ਵੱਡੇ ਵੱਡੇ ਸ਼ੈਲੋ ਬਣਾ ਲਿਆ ਜਿਵੇਂ ਮੋਗੇ ਬਣਾ ਲਿਆ ਖੰਨੇ ਬਣਾ ਲਿਆ ਉਹਦੇ 'ਚ 1 ਲੱਖ ਮੈਟ੍ਰਿਕ ਟਨ 1 ਮੈਟ੍ਰਿਕ ਟਨ ਦੇ ਵਿੱਚ 10 ਲੱਖ 20 ਲੱਖ ਕਹਿੰਦੇ ਬੋਰੀ ਆਉਂਦੀ ਆ 1 ਲੱਖ 3 ਲੱਖ ਮੈਟ੍ਰਿਕ ਟਨ ਕੇ ਪਤਾ ਨਹੀਂ ਕਿੰਨੇ ਕਿੰਨੇ ਕਰੋੜ ਬੋਰੀ ਔਰ ਉਹਦੇ ਤੇ ਬੰਦੇ ਕਿੰਨੇ ਕੰਮ ਕਰਨਗੇ 10 ਸਾਰਾ ਮਸ਼ੀਨੀ ਕੰਮ ਆ ਟਰਾਲੀ ਸਿੱਧੀ ਜਾਊਗੀ ਕੰਡਾ ਹੋਊਗਾ ਟਰਾਲੀ ਦਾ ਤੁਹਾਡਾ ਅਨਾਜ ਗਿਆ ਉੱਥੋਂ ਬੋਰੀਆਂ ਆਟੋਮੈਟਿਕਲੀ ਉਹ ਵੀ 10 ਬੰਦੇ ਵੀ ਟਾਈਆਂ ਵਾਲੇ ਆ ਸਿਰਫ ਉਹਨਾਂ ਦੀ ਲਿਖਤ ਪੜਤ ਕਰਨ ਵਾਲੇ ਤਾਂ ਉੱਥੇ ਮਜ਼ਦੂਰ ਦੀ ਲੋੜ ਹੀ ਨਹੀਂ ਕਿਉਂਕਿ ਇਹ ਕਹਿ ਰਿਹਾ ਕਿ ਨਹੀਂ ਜੇ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਤਾਂ ਅਸੀਂ ਪ੍ਰਾਈਵੇਟ 'ਚ ਕੰਮ ਕਰ ਲਾਂਗੇ ਮਜ਼ਦੂਰ ਨੇ ਮਜ਼ਦੂਰੀ ਕਰਨੀ ਆ ਪਰ ਨਹੀਂ ਉਹਨਾਂ ਨੂੰ ਮਜ਼ਦੂਰ ਦੀ ਲੋੜ ਹੀ ਨਹੀਂ ਉਸ ਤੋਂ ਬਾਅਦ ਦੂਜੇ ਨੰਬਰ ਤੇ ਮਰਨਾ ਛੋਟਾ ਦੁਕਾਨਦਾਰ ਜਿਵੇਂ ਆਪਣੇ ਆ ਕਰਿਆਨਾ ਸਟੋਰ ਨੇ ਪਿੰਡਾਂ 'ਚ ਲਾ ਲਓ ਛੋਟੀਆਂ ਮੰਡੀਆਂ 'ਚ ਮੋਸਟਲੀ ਆਪਣੇ ਪੰਜਾਬ ਦੀਆਂ ਮੰਡੀਆਂ ਨੇ ਮੋਗਾ ਮੰਡੀ ਪਾਤੜਾ ਮੰਡੀ ਘੱਗਾ ਮੰਡੀ ਸਮਾਣਾ ਮੰਡੀ ਉਹਨਾਂ ਮੰਡੀਆਂ ਨੂੰ ਉਹਨਾਂ ਨੇ ਖਤਮ ਕਰ ਦੇਣਾ ਛੋਟਾ ਵਪਾਰੀ ਕਿਵੇਂ ਅੰਬਾਨੀਆਂ ਅੰਡਾਨੀਆਂ ਨੇ ਤੁਹਾਡਾ ਅਨਾਜ ਖਰੀਦਣਾ ਜਿੰਨੇ ਵੀ ਅਨਾਜ ਹੈ ਕਣਕ ਚੌਲ ਛੋਲੇ ਦਾਲਾਂ ਸਬਜ਼ੀਆਂ ਉਹਨਾਂ ਨੇ ਕੀ ਕਰਨਾ ਜਿਵੇਂ ਬਾਹਰਲੇ ਦੇਸ਼ਾਂ 'ਚ ਬਾਹਰ ਇਹ ਫਾਰਮੂਲਾ ਫੇਲ ਹੋਇਆ ਜਿਵੇਂ ਬਾਹਰ ਡਾਲਰ ਸਟੋਰ ਨੇ ਵੱਡੇ ਵੱਡੇ ਮਾਲ ਨੇ ਉਹਨਾਂ ਨੇ ਤੁਹਾਡੇ ਆਪਣੇ ਇੱਥੇ ਮਾਲ ਬਣਾ ਦਿੰਦੇ ਆ ਜ਼ਮੀਨਾਂ 'ਚੋਂ ਫਸਲ ਆਪ ਖਰੀਦ ਕੇ ਆਪ ਹੀ ਵੇਚਣੀ ਹੈ ਜਿਵੇਂ ਸਾਡੇ ਤੋਂ 2 ਰੁਪਏ ਦੀ ਖਰੀਦਦੇ ਆ ਛੱਲੀ ਤੇ ਤੁਸੀਂ ਕਿਸੇ ਵੀ ਰਿਲਾਇੰਸ ਦੇ ਸਟੋਰ 'ਚ ਚੱਲ ਜਾਓ ਈਜ਼ੀ ਡੇ 'ਚ ਚੱਲ ਜਾਓ ਤੁਹਾਨੂੰ 80 ਰੁਪਏ ਦੀ ਲੱਗੀ ਹੋਈ ਆ ਉਹੀ ਛੱਲੀ ਉਹਦੇ ਉੱਤੇ ਲਿਫਾਫਾ ਚਾੜਿਆ ਮੋਮੀ ਲਿਫਾਫਾ ਜਿਹਨੂੰ ਕਹਿ ਦਿੰਦੇ ਆ ਤੇ 80 ਰੁਪਏ ਦੀ ਦੇ ਰਹੇ ਆ ਉਵੇਂ ਹੀ ਤੁਹਾਡੀਆਂ ਫਸਲਾਂ 'ਚ ਖਰੀਦ ਆਪਦੇ ਸਟੋਰਾਂ 'ਚ ਵੇਚਣੀ ਹੈ ਉਸ ਕਰਿਆਨਾ ਸਟੋਰ ਤੇ ਕਣਕ ਦਾਲ ਸਬਜ਼ੀਆਂ ਤੁਹਾਡੀ ਜੋ ਵੀ ਜ਼ਰੂਰੀ ਵਸਤਾਂ ਉਹ ਵਿਕਣ ਵਾਸਤੇ ਨਹੀਂ ਆਉਣੀਆਂ ਤੇ ਜਿਹੜੀਆਂ ਉਹਨਾਂ ਦੇ ਡੱਬਿਆਂ 'ਚ ਪਈਆਂ ਉਹਦੇ ਤੇ ਲੋਗੋ ਲੱਗੇ ਉਹ ਐਂ ਸ਼ੀਸ਼ਿਆਂ 'ਚ ਪਈਆਂ ਰਹਿਣੇ ਉਹਨਾਂ ਨੂੰ ਉੱਲੀ ਲੱਗ ਜਾਣੀਆਂ ਕਿਉਂਕਿ ਅੱਗੇ ਨਵਾਂ ਅਨਾਜ ਆਉਣਾ ਹੀ ਨਹੀਂ ਉਹਨਾਂ ਨੇ ਕਹਿਣਾ ਜ਼ਿਮੀਂਦਾਰ ਤੋਂ ਖਰੀਦ ਕੇ ਜ਼ਿਮੀਂਦਾਰ ਨੂੰ ਕਹਿਣਾ ਤੂੰ ਸਾਡੇ ਤੋਂ ਖਰੀਦ ਤੈਨੂੰ 10% ਡਿਸਕਾਊਂਟ ਦੇਵਾਂਗੇ ਤੁਹਾਡੀ ਮਜਬੂਰੀ ਬਣਾ ਦੇਣਾ ਉਹ ਸਟੋਰ ਤੋਂ ਖਰੀਦਣ ਲਈ ਔਰ ਦੁਕਾਨਾਂ ਤੱਕ ਉਹਨਾਂ ਨੇ ਵੇਚਣ ਲਈ ਦੇਣਾ ਹੀ ਨਹੀਂ ਜਦੋਂ ਸਪਲਾਈ ਨਹੀਂ ਹੋਗੀ ਤਾਂ ਡਿਮਾਂਡ ਉਹ ਵੇਚੂਗਾ ਵੀ ਕੀ ਜਿਹਦੇ ਕੋਲ ਹੋਊਗਾ ਨਹੀਂ ਤੇ ਅਨਲਿਮਟਿਡ ਜਮਾ ਕਰ ਸਕਦੇ ਹੋ ਅਨਲਿਮਟਿਡ ਉਹਦੇ 'ਚ ਤੀਜਾ ਵਰਗ ਕੌਣ ਮਰੂਗਾ ਉਸ ਤੋਂ ਵੱਡਾ ਵਪਾਰੀ ਤੇ ਆਮ ਲੋਕ ਜਿਨ੍ਹਾਂ ਨੇ ਜਿਹੜੇ ਕੰਜ਼ਿਊਮਰ ਜਿਹੜੇ ਆਪਾਂ ਖਰੀਦਦੇ ਆ ਕਿਉਂਕਿ ਉਹਨਾਂ ਨੇ ਆਪਦੀ ਮਰਜ਼ੀ ਨਾਲ ਖਰੀਦ ਕੇ ਸਟਾਕ ਰੋਕ ਲੈਣਾ ਫਿਰ ਆਪਦੀ ਮਰਜ਼ੀ ਨਾਲ ਰੇਟ ਆਪਦੀ ਮਰਜ਼ੀ ਦੇ ਲਾ ਕੇ ਵੇਚਣੇ ਆ ਜ਼ਿਮੀਂਦਾਰ ਤਾਂ ਚੌਥੇ ਨੰਬਰ ਤੇ ਆਊਗਾ ਸਾਡਾ ਕੀ ਆ ਜੱਟ ਬੰਦੇ ਦਾ ਕੀ ਆ ਜਿੱਥੇ 2 ਚਬਾਰੇ ਆ ਇੱਥੇ 1 ਮੰਜ਼ਲੀ ਕੋਠੀ ਪੈ ਜਾਊਗੀ ਜਿੱਥੇ ਜੌਨ ਡੀਅਰ ਟਰੈਕਟਰ ਆ ਉੱਥੇ ਆਸ਼ਾ ਆ ਜਾਊਗਾ ਜਿੱਥੇ ਬੰਦਾ ਏਸੀ 'ਚ ਸੌਂਦਾ ਉੱਥੇ ਪੱਖੇ 'ਚ ਸੌਂ ਜਾਊਗਾ ਜ਼ਿੰਦਗੀ ਸਿੰਪਲ ਕਰਨੀ ਪੈ ਜਾਊਗੀ ਪਰ ਮਜ਼ਦੂਰ ਔਰ ਵਪਾਰੀ ਬਿਲਕੁਲ ਮਰ ਜਾਊਗਾ ਕਿਉਂਕਿ ਉਹਦੇ ਕੋਲ ਇੱਕ ਆਨੇ ਦੀ ਵੀ ਕਮਾਈ ਦਾ ਸਾਧਨ ਨਹੀਂ ਰਹਿ ਜਾਊਗਾ ਫਿਰ ਸਾਨੂੰ ਗੁਲਾਮ ਬਣਾਉਣਗੇ
फिर साडी होंद फिर अपने चम दियां चलाउणगे। साडे तां रिश्ते भी जमीनां देख के हुंदे आ, किल्लियां ते रिश्ते हुंदे आ, किल्लियां दी वैल्यू खत्म कर देनी आ। ये लड़ाई है अपनी। अपने नाल दियां नूं करियाने वाले नूं समझाओ कि भरावा तू मरना सब तो पहला, मजदूर नूं समझाओ कि तू मरना पहला। किसे ने भी बीबियां ने भी आप डिमांड कर देने आ भी मेरे भरा दा विआह सूट लैना मैं सिल्क दा जां किसे दा भी, जदों कमाई नहीं रहूगा कि किहड़े सूट ते किहड़ियां जुत्तियां, सिर्फ सरकारां दियां खाण नूं ही मिलणियां ने, सिरां 'च पाउण नूं नहीं मिलणियां। सो कहना पै गया वक्त हाँ पंजाब उत्ते भारी, बजुर्गां ने बहुत कीता अपनी है वारी, मार के जमीरा किवें मिल जूगा चैन, उठिया बगैर नहीं हुण कोई चारा, मौत तां पक्की है पक्का मरना है यारा, मरिए हकाली हो वखरा नजारा, मौत तां पक्की है पक्का मरना है यारा, मरिए हकाली हो वखरा नजारा। ओ फूकनी पराली बिल रद्द करवाउणे, आओ तरने ते चलिए, मीडिया ता बैठा यारो मोदी दी गोदी च, हिक वाले जोर ना सुने है कलिए। मीडिया जड़ा सेंटर दा इन्नी बशर्मी दी गल आ, मीडिया सेंटर दे लई किसान जथेबंदियां 2 बार दिल्ली गईयां, चलो इत्थे नहीं आउंदे पंजाब च, उत्थे दिल्ली गए आ, उत्थे दा खबर ला दो। पर बहुत मतलब इन्नी क इन्ना क धक्का पंजाब नाल कि मीडिया भी उत्थे भी नहीं दिखा रहा। मीडिया ता बैठा यारो मोदी दी गोदी च, हिक वाले जोर ना सुने है कलिए। सैनपुरी इकबाल गल करती, समझदारां लई हुंदा इको है इशारा, मौत तां पक्की है पक्का मरना है यारा, मरिए हकाली हो वखरा नजारा, मौत तां पक्की है पक्का मरना है यारा, मरिए हकाली हो वखरा नजारा। सो आपां नूं अपने हक्कां लई लड़ना पैना। जे हुण नहीं लड़ांगे फिर साडे कोल लड़न जोगा कोई राह ही नहीं रहना, क्योंकि सानू आर्थिक तौर ते साडी ढिड ते सीधी ढिड ते लाता, जे बंदा भुखा लड़ाई नहीं लड़ सकता। ये हुण सानू आर्थिक तौर ते मार के सानू दोबारा गुलाम बनाउणा चाहुंदे आ। जिवें ईस्ट इंडिया कंपनी आई सी, 200 साल गोरे राज कर गए, उवें प्राइवेट लिया के कंपनियां सारियां सानू दोबारा गुलाम बनाउण दी कोशिश करदे। पर माण वाली गल है कि अज पंजाब खड़ा कला, ਜਿਹੜੇ ਕਹਿੰਦੇ ਸੀ कि नशियां 'ਚ पंजाब खत्म करता, बाहर चली गई जवानी, पर वो खड़े अज लड़ते, अज नौजवानी धरनियां 'च। लास्ट ईयर जो हड़ आया, जो कहते सी कि नशियां 'च मर गया पंजाब, इसे नौजवानों ने बोरियां मिट्टी दियां भर बन बोरियां नाल लाते सी। पंजाब दी जवानी, पंजाब दा DNA इन्ना कमज़ोर नहीं कि सरिंज खत्म कर जे। बस सानू कट्ठे होने की लोड़ है, सानू कट्ठे रहना पैना। जिन्ना चिर असीं कट्ठे रवांगे, एक मुट्ठी च रवांगे, सानू कोई नहीं हरा सकूगा। जे असीं इन्हां पार्टियां बाजियां च, इन्हां जिवें बाई लखे ने कहा डेरावाद च, इन्हां च वंडे रहे तां फिर सानू असीं लड़ाई नहीं जित सकते। ये डेरावाद भी सरकारां दे पैदा कीते होया, क्योंकि इन्हां नूं घर घर वोटां मंगण जाना पैंदा। कित्थे एक बाबे नूं कहना कि बई कह दी मड़ा जा, तां बाबे ने बस जप नाम आश्रम देख ली होनी नवें मुंडिਆਂ ने वैब सीरीज़, फिर जप नाम करा देंगे आ भाई लड्डू का प्रशाद दे के, क्योंकि पिंड पिंड जान नालों पंजाब के 10 डेरियां ते जाओ तो सरकार बन जानी है। सो ये सरकारां दियां चलाकियां नूं समझना पैना, अपने आप नूं एजुकेट करना पैना। ये ना देखो कि ਜਿਹੜੇ अपने लोग बाहर जाते हैं, कोई इसे करके नहीं बाहर जाता कि इत्थे कुछ भी नहीं हैगा। असीं बाहर क्यों जाने आ गवांढी ने कोठी पाली वड्डी, साडे वाले तां यार हाले रंग नहीं होया, साडा मुंडा इन्हां दा मुंडा बाहर, साडा भी बाहर भेजना। आपां दूजे नूं सुखी देख के अपने आप नूं दुखी कर रहे हैं। दूजा सुखी आ यार, अपनी लैन उदू वड्डी कर लो, इत्थे कर लो। मैं खुद कनेडा तो वापस आया, 2015 च चल गया सी, छड्ड के आया, बच्चे भी लैके आया, PR पूर सब कुछ कैंसल करके आया, इंडियन पासपोर्ट ते आया वापस, ते ना ही जाना। तुहानू तुसी लोग कहते थानू लीडर जुत्तियां मारदे, आपां जुत्तियां जरूर खाणियां, आपां मारन वाले क्यों नहीं हुंदे? आपां मारन वाले उदों होवांगे जिद्दण बांह फड़ के सवाल पुछांगे, भाई दस
ਆ 10 ਤੋਂ ਨੌਕਰੀਆਂ ਦੀ ਗੱਲ ਕੀਤੀ ਸੀ 10, ਪਰ ਨਾਲ ਦੀ ਨਾਲ ਪਤਾ ਕੀ ਹੁੰਦਾ, ਸਵਾਲ ਤਾਂ ਪੁੱਛਣਾ ਚਾਹੁੰਦੇ ਹੁੰਦੇ ਆ ਲੋਕ, ਯੂਥ ਵੀ ਪੁੱਛਣਾ ਚਾਹੁੰਦਾ ਹਾਂ, ਬਾਬਾ ਵੀ ਪੁੱਛਣਾ ਚਾਹੁੰਦਾ ਹੁੰਦਾ। ਜਿਹੜੇ ਨਾਲ ਚਮਚੇ ਨਹੀਂ ਹੁੰਦੇ ਚਾਟੂਕਰ ਚਮਚੇ, ਉਹ ਜਥੇਦਾਰ ਜਿਹੜੇ ਨਕਲੀ, ਉਹ ਨਾ ਬਾਬਾ ਕੋਈ ਨਹੀਂ ਮੰਤਰੀ ਸਾਹਿਬ ਕੋਈ ਨਹੀਂ ਕਾਕਾ ਪੁੱਛ ਲਈ, ਬਾਅਦ ਚ ਪੁੱਛ ਲਈ, ਪਹਿਲਾਂ ਤਾਂ ਉਹਦੇ ਠੁੱਡ ਮਾਰੋ ਕਿ ਤੂੰ ਢੇਕਾ ਲੱਗਦਾ ਓਏ। ਉਹਨੂੰ ਪਤਾ ਨਹੀਂ ਆਪਦੀ ਕੀ ਫੋਟੋ ਹੀ ਲਾਉਣੀ ਹੁੰਦੀ ਹੈ ਡਰਾਇੰਗ ਰੂਮ 'ਚ, ਹੋਰ ਉਹਦੇ ਪੱਲੇ ਤੱਲੇ ਕੁਝ ਨਹੀਂ ਹੁੰਦਾ। ਅਸੀਂ ਰੋਜ਼ ਲੈਂਦੇ ਹਾਂ ਲੋਕਾਂ 'ਚ, ਉਹੀ ਨਹੀਂ ਸਵਾਲ ਪੁੱਛਣ ਦਿੰਦਾ। ਸਵਾਲ ਪੁੱਛੋ। ਜਿੱਦਣ ਤੁਸੀਂ ਸਵਾਲ ਪੁੱਛਣ ਲੱਗੇ, ਬਿਹਾਰ ਦੇ ਲੋਕ ਜਾਂ ਕੇਰਲਾ ਦੇ ਲੋਕ ਸਭ ਤੋਂ ਵੱਧ ਪੜ੍ਹੇ ਲਿਖੇ ਆ, ਉਹ ਸਵਾਲ ਪੁੱਛਦੇ ਆ, ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ, ਤਾਂ ਹੀ ਉੱਥੇ ਦੇਖ ਲਿਓ ਤੁਸੀਂ FIR ਵੱਧ ਹੁੰਦੀਆਂ ਨੇ, ਆਪਦੇ ਹੱਕ ਲਈ ਮਿੰਟ 'ਚ FIR ਕਰਾਉਂਦੇ ਆ। ਸਾਡੇ ਨਹੀਂ, ਸਾਡੇ ਤਾਂ ਜੇ ਕੋਈ FIR ਕਰਾ ਵੀ ਆਵੇ, ਪਿੱਛੋਂ ਕਰਾ ਕੇ MLA ਤੋਂ ਫੋਨ ਸਰਪੰਚ ਦੇ ਡਰਾਇੰਗ ਰੂਮ 'ਚ ਦੇ ਕੇ 50-60 ਹਜ਼ਾਰ ਰੁਪਏ 'ਚ ਲੈਣ ਦੇਣ ਹੋ ਜਾਂਦਾ। ਸਾਨੂੰ ਇਹਨਾਂ ਚੀਜ਼ਾਂ 'ਚੋਂ ਨਿਕਲਣਾ ਪੈਣਾ। ਜੇ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਪੈਣਾ, ਆਪਣੇ ਬੱਚਿਆਂ ਦੇ ਦਿਮਾਗ 'ਚੋਂ ਕੋਠੀਆਂ ਗੱਡੀਆਂ ਕਾਰਾਂ ਤੇ ਬਾਹਰ ਕੱਢਣਾ ਪੈਣਾ। ਸਾਡੇ ਬੱਚੇ ਆ ਮੁੰਡੇ ਬੈਠੇ ਆ, ਕੋਈ ਵੀ ਬਾਂਹ ਖੜੀ ਕਰਕੇ ਕਹਿ ਦਿਓ, ਸਾਡੇ ਅੱਜ ਸੱਥ 'ਚ ਗੱਲ ਕੀ ਹੁੰਦੀ ਆ, 4 ਮੁੰਡੇ ਕਿਤੇ ਬੈਠੇ ਆ, ਤੇਰੇ ਕੋਲ ਮੋਬਾਈਲ ਕਿਹੜਾ, ਇਹਨੇ ਜੈਕਟ ਕਿਹੜੀ ਪਾਈ ਆ, ਇਹਨੇ ਐਨਕ ਕਿਹੜੀ ਲਾਈ ਆ, ਤੇਰੇ ਕੋਲ ਗੱਡੀ ਕਿਹੜੀ ਆ। ਗੱਡੀ ਆਉਣ ਵਾਲੇ 10 ਸਾਲ ਵੀ ਪਤਾ ਹੁੰਦਾ ਵੀ ਅਲਟੋ ਨਹੀਂ ਲਈ ਜਾਣੀ, ਪਰ ਗੱਲ ਫੋਰਚੂਨਰ ਦੀ ਕਰਦਾ ਹੋਊਗਾ ਮਹਿਫਲ 'ਚ ਬਹਿ ਕੇ। ਸਾਡੀ ਮਾਨਸਿਕਤਾ ਇੱਥੋਂ ਤੱਕ ਕਮਜ਼ੋਰ ਕਰਤੀ, ਸਾਨੂੰ ਇਹਦੂ ਉੱਤੇ ਨਹੀਂ ਨਿਕਲ ਦਿੰਦੇ। ਜਦੋਂ ਚੰਡੀਗੜ੍ਹ ਦੇ ਵਿੱਚ ਜਦੋਂ ਜ਼ਮੀਨਾਂ ਮਹਿੰਗੀਆਂ ਹੋਈਆਂ ਨਾ, ਜਦੋਂ ਅੱਜ ਤੋਂ 2012-11 ਦੀ ਗੱਲ ਆ, ਤਾਂ ਉੱਥੇ 5-5 ਕਰੋੜ ਦਾ ਕਿੱਲਾ ਵਿਕਿਆ ਭਰਾਓ। ਹੁਣ ਜ਼ਿਮੀਂਦਾਰ ਕੋਲ ਪੈਸਾ ਆ ਗਿਆ, ਉਹਨੇ ਕੀ ਕਹਿਣਾ ਸੀ, ਬਾਹਰ ਜਾ ਕੇ ਜ਼ਮੀਨ ਲੈਂਦਾ, ਕੋਈ 50-60 ਕਿੱਲੇ ਖਰੀਦਦਾ ਜਾਂ ਕੋਈ 70 ਕਿੱਲੇ, ਕੋਈ 20-25 ਕਿੱਲੇ ਖਰੀਦਦਾ, ਇੱਕ ਘਰ ਲੈਂਦਾ, ਆਪਣੀ ਜ਼ਿੰਦਗੀ ਸੁਖਾਵੀਂ ਕਰਦਾ। ਪਰ ਇਹਨਾਂ ਕੰਪਨੀਆਂ ਨੇ, ਇਹਨਾਂ ਨੇ ਉੱਥੇ ਕਿਵੇਂ ਮਾਰਿਆ, ਪਹਿਲਾਂ ਤਾਂ ਉਸੇ ਕਿੱਲੇ, ਇੱਕ ਕਿੱਲਾ 5 ਕਰੋੜ ਦਾ ਖਰੀਦ ਕੇ ਉੱਥੇ 500 ਫਲੈਟ ਬਣਾਇਆ। ਸਾਡੇ ਤੋਂ 5 ਕਰੋੜ ਦਾ ਕਿੱਲਾ ਖਰੀਦ ਕੇ 500 ਫਲੈਟ ਬਣਾ ਕੇ, ਇੱਕ ਫਲੈਟ ਕਰੋੜ ਰੁਪਏ ਦਾ ਵੇਚਿਆ, 500 ਕਰੋੜ ਰੁਪਇਆ ਇੱਕ ਕਿੱਲੇ 'ਚੋਂ ਬਣਾ ਗਿਆ। 5 ਕਰੋੜ ਦਾ ਕਿੱਲਾ ਖਰੀਦ ਕੇ 500 ਕਰੋੜ ਬਣਾ ਗਿਆ। ਉਸ ਤੋਂ ਬਾਅਦ ਜਿਹੜਾ 5 ਕਰੋੜ ਸਾਨੂੰ ਦਿੱਤਾ ਸੀ, ਉਹਦੇ ਵਾਸਤੇ ਉਸੇ ਹੀ ਕਿੱਲੇ ਦੇ ਵਿੱਚ ਲਿਆ ਕੇ ਕੰਪਨੀਆਂ ਲਿਆਤੀਆਂ। ਕੰਪਨੀਆਂ ਕਿਹੜੀਆਂ ਆ ਜੀ, BMW, ਆ ਆਡੀ ਕੰਪਨੀ, ਆ ਸਕੋਡਾ। ਸਾਡੇ ਜਵਾਕਾਂ ਨੂੰ ਨਾਲ ਦੀ ਨਾਲ, ਇੱਕ ਭਰਾ ਨੇ ਆਡੀ ਕਢਾ ਲਈ, ਇੱਕ ਨੇ ਫੋਰਚੂਨਰ ਕਢਾ ਲਈ, ਬਾਪੂ ਨੂੰ ਬਰੀਜਾ ਲੈ ਕੇ ਦੇਤੀ। 5 ਸਾਲਾਂ ਬਾਅਦ ਗੱਡੀਆਂ ਕਬਾੜ ਹੋ ਗਈਆਂ। ਉਹੀ ਮੁੰਡੇ, ਉਹੀ ਬਾਪੂ ਅੱਜ ਫਿਰ ਸਾਈਕਲ ਤੇ ਆ, ਚੰਡੀਗੜ੍ਹ ਦੇ ਆਲੇ ਦੁਆਲੇ ਜਾ ਕੇ ਵੇਖ ਲਓ। ਮੁੰਡਾ ਰਹਿੰਦਾ ਖੁੰਦਾ, ਜਿਹੜੇ 4 ਪੈਸੇ ਸੀ ਉਹ ਚਿੱਟੇ ਤੇ ਲਾਤਾ। 11-12 'ਚ ਚਿੱਟਾ ਸਭ ਤੋਂ ਵੱਧ ਆਇਆ ਚੰਡੀਗੜ੍ਹ 'ਚ, ਪੰਜਾਬ ਦੇਖ ਲਿਓ। ਇਹ ਸਾਜ਼ਿਸ਼ਾਂ ਹੁਣ ਵੀ ਐਂ ਕਰਨਗੇ। ਜੇ ਤੁਹਾਡੇ ਤੋਂ ਜ਼ਮੀਨਾਂ ਖੋਲੀਆਂ, ਇੱਕ ਵਾਰ ਤੁਹਾਡੀਆਂ ਜ਼ਮੀਨਾਂ ਮਹਿੰਗੀਆਂ ਹੋਣਗੀਆਂ, ਫਸਲ ਵੱਧ ਆਊਗੀ, ਫਿਰ ਉਹ ਪੈਸਾ ਤੁਹਾਨੂੰ ਇਹਨਾਂ ਨੇ ਬਿਜ਼ਨਸ 'ਚ ਕਨਵਰਟ ਨਹੀਂ ਹੋਣ ਦੇਣਾ। ਫਿਰ ਤੁਹਾਡੇ ਲਈ ਗੱਡੀਆਂ ਆਉਣਗੀਆਂ ਵੱਡੀਆਂ, ਔਰ ਜੇ ਤੁਸੀਂ ਗੱਡੀਆਂ ਤੋਂ ਨਾ ਰਜੇ, ਫਿਰ ਤੁਹਾਡੇ ਲਈ ਇੱਕ ਨਵਾਂ ਨਸ਼ਾ ਆਊਗਾ। ਕੋਕੀਨ ਆ ਰਿਹਾ ਹੁਣ, ਕੋਕੀਨ, ਜਿਹੜਾ ਕਿ ਕਾਲੇ ਪੀਂਦੇ ਸੀ, ਉਹ ਬੰਬੇ ਤੋਂ ਚੰਡੀਗੜ੍ਹ ਤੱਕ ਪਹੁੰਚ ਗਿਆ ਭਰਾਵੋ। ਉਹਨੂੰ ਪਿੰਡਾਂ 'ਚ ਵੜਨ ਲੱਗੇ ਹੁਣ ਬਾਹਲਾ ਟਾਈਮ ਨਹੀਂ ਲੱਗਣਾ। ਉਹ ਕੋਕੀਨ, ਉਹ ਨਸ਼ਾ ਜਿਹੜੀ ਵਾਸਤਵ ਫਿਲਮ ਸੰਜੇ ਦੱਤ ਦੀ ਵੇਖੀ ਹੋਣੀ ਆ ਤੁਸੀਂ, ਜਿਹਦੇ 'ਚੋਂ ਆਪਣੀ ਮਾਂ ਨੂੰ ਕਹਿੰਦਾ ਮੈਨੂੰ ਗੋਲੀ ਮਾਰ ਦੇ ਜਾਂ ਮੈਨੂੰ ਨਸ਼ਾ ਦੇ ਦੇ, ਜਿਹਦੇ 'ਚ ਬੰਦਾ ਸਿਰਫ ਮਰੂ। ਉਹ ਮਰਨਾ ਜਮੀ ਤੈਅ ਆ ਉਹਦਾ। ਕੋਈ ਉਹ ਤੁਸੀਂ ਕਿਤੇ ਉਹਦੇ ਡੀ ਰਿਐਕਸ਼ਨ ਸੈਂਟਰ 'ਚ ਨਹੀਂ ਕਿਤੇ ਜਾ ਸਕਦੇ। ਰੀਹੈਬ ਰਿਐਕਸ਼ਨ ਜਿਹੜੇ ਆ ਬਣਿਆ, ਨਸ਼ਾ ਛਡਾਊ ਕੇਂਦਰ ਬਣੇ ਆ ਜਿਹੜੇ, ਉੱਥੇ ਮੌਤ ਆ। ਸੋ ਸਾਰੀ ਦੁਨੀਆ ਵੇਖੀ ਆ, ਪੰਜਾਬ ਨੂੰ ਬਦਨਾਮ ਬਾਹਲਾ ਕੀਤਾ ਜਾਂਦਾ। ਜਿੰਨਾ ਬਾਹਰ ਨਸ਼ਾ ਉਹਨਾਂ ਇੱਥੇ ਹੈ ਨਹੀਂ ਭਰਾਵੋ। ਸਿਰਫ ਅਸੀਂ ਲੋਕਾਂ ਨੂੰ ਲੀਡਰਾਂ ਨੇ ਜਾਣ ਕੇ ਵਿਹਲੇ ਕੀਤਾ ਹੋਇਆ। ਇਹ ਵਿਹਲੇ ਰਹਿਣ, ਇਹਨਾਂ ਦੀ ਮਾਨਸਿਕਤਾ ਗੱਡੀਆਂ ਕੋਠੀਆਂ ਕਰਾਂ ਤੱਕ ਕਰਤੀ, ਤਾਂ ਜੋ ਅਸੀਂ ਲੜ ਹੀ ਨਾ ਸਕੀਏ। ਸਾਨੂੰ ਲੜਨਾ ਪੈਣਾ। ਸਾਨੂੰ ਦੂਜੇ ਦਾ ਕੁਛ ਨਾ ਵੇਖੋ, ਉਹਦੇ ਕੋਲ ਕੀ ਹੈ ਯਾਰ, ਮੈਂ ਕਿਵੇਂ ਰਹਿਣਾ, ਮੈਂ ਆਪਣੀ ਜ਼ਿੰਦਗੀ ਕਿਵੇਂ ਸੁਧਾਰਨੀ ਆ, ਮੈਂ ਆਪਣੇ 'ਚ ਮਸਤ ਕਿਵੇਂ ਰਹਿ ਸਕਦਾ, ਮੈਂ ਆਪਣੇ ਹੱਕ ਲਈ ਕਿਵੇਂ ਲੜ ਸਕਦਾ। ਸਾਨੂੰ ਇਹ ਕਰਨਾ ਪੈਣਾ। ਸੋ ਇੰਨੀਆਂ ਕਿ ਗੱਲਾਂ, ਇਕੱਠੇ ਰਹੋ, ਲੜਾਈ ਲੜੋ, ਏਕਾ ਰੱਖੋ, ਪਿਆਰ ਨਾਲ ਰਹੋ, ਸਾਦਗੀ ਦਾ ਜ਼ਿੰਦਗੀ। ਸਾਦਗੀ ਇਹ ਨਹੀਂ ਹੁੰਦਾ ਕਿ ਪਾਟਾ ਕੁੜਤਾ ਪਜਾਮਾ ਪਾ ਲਓ ਜਾਂ ਕਸੇ ਕੱਪੜੇ ਪਾਓ। ਸਾਦਗੀ ਤੁਹਾਡਾ ਸਿੰਪਲ, ਤੁਹਾਡੀ ਬੋਲ ਚਾਲ, ਤੁਹਾਡਾ ਕੱਪੜਾ ਸਾਫ਼ ਹੋਵੇ, ਨਵਾਂ ਹੋਵੇ, ਪਰ ਸਾਦਗੀ ਵਾਲਾ ਹੋਵੇ। ਦੇਖ ਕੇ ਸਾਹਮਣੇ ਦੀਆਂ ਅੱਖਾਂ ਨਾਲ ਚੁੱਭਦੀਆਂ ਹੋਣ। ਹਰੇਕ ਨੂੰ ਰਣਵੀਰ ਸਿੰਘ ਬਣਨ ਦੀ ਲੋੜ ਨਹੀਂ। ਅਸੀਂ ਨਾਨਾ ਪਾਟੇਕਰ ਵੀ ਬਣ ਸਕਦੇ ਹਾਂ ਜੇ ਅਸੀਂ ਫਿਲਮਾਂ ਹੀ ਦੇਖਣੀਆਂ। ਅਸੀਂ ਨਾਨਾ ਪਾਟੇਕਰ ਵਰਗੀ ਜ਼ਿੰਦਗੀ ਵੀ ਜੀ ਸਕਦੇ ਹਾਂ, ਸਿੰਪਲ ਕਿਸਾਨੀ ਨਾਲ ਜੁੜ ਕੇ। ਸਾਨੂੰ ਅਤਰੰਗੀ ਬਣਨ ਦੀ ਲੋੜ ਨਹੀਂ, ਜ਼ਰੂਰੀ ਨਹੀਂ ਅਸੀਂ ਹਰ ਫਿਲਮ 'ਚ ਰਣਵੀਰ ਸਿੰਘ ਵਾਂਗੂ ਹੀ ਬਣਨਾ। ਸੋ ਇੰਨੀਆਂ ਕਿ ਗੱਲਾਂ ਇੰਨੇ ਦਿਨਾਂ ਤੋਂ 2-3 ਮਹੀਨਿਆਂ ਤੋਂ ਫਿਰਦੇ ਆ
ਕਿ ਨੌਜਵਾਨੀ ਵੀ ਜੁੜੀ ਆ, ਚਲੋ ਕਲਾਕਾਰਾਂ ਕਰਕੇ ਜੁੜੀ ਆ ਜਾਂ ਆਪਦੇ ਹੱਕ ਲਈ ਜੁੜੀ ਆ, ਸਾਰਿਆਂ ਨੂੰ ਇਕੱਠਾ ਕਰਕੇ ਲੱਗੇ ਹੋਏ ਆ ਅੱਗੇ ਵੀ। ਜਿੱਥੋਂ ਤੱਕ ਜੰਗ ਜਾਊਗੀ ਨਾਲ ਆ, ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ, ਬਸ ਨਾਲ ਰਹੋ। ਆਪਣੀ ਆਪਣੀ ਜ਼ਿੰਦਗੀ ਵੀ ਜਿਓ, ਜੋ ਜ਼ਿੰਦਗੀ 'ਚ ਕਰਦੇ ਹੋ ਉਹ ਵੀ ਕਰੋ, ਪਰ ਨਾਲ ਦੀ ਨਾਲ ਇਸ ਸੰਘਰਸ਼ ਦਾ ਹਿੱਸਾ ਜ਼ਰੂਰ ਬਣੋ, ਕਿਸੇ ਵੀ ਤਰੀਕੇ ਨਾਲ ਬਣੋ, ਚਾਹੇ ਸੋਸ਼ਲ ਮੀਡੀਆ ਤੇ ਬਣੋ, ਚਾਹੇ ਗੁਰਦੁਆਰੇ 'ਚ ਅਰਦਾਸ ਕਰੋ। ਯਾਰ ਤਿੰਨ ਤਰ੍ਹਾਂ ਦੇ ਹੁੰਦੇ ਆ ਜ਼ਿੰਦਗੀ 'ਚ। ਲਾਸਟ ਗੱਲ ਆ ਮੈਂ ਕਰ ਲੱਗਿਆ, ਜ਼ਿੰਦਗੀ 'ਚ ਯਾਰ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਯਾਰ ਉਹ ਹੁੰਦਾ ਜੇ ਤੁਹਾਡਾ ਕਿਤੇ ਨਾਲ ਪੰਗਾ ਪੈ ਗਿਆ ਤਾਂ ਆਪਾਂ ਕਹਿੰਦੇ ਹਾਂ ਚੱਲ ਆ ਵੀ ਤੇਰੇ ਨਾਲ ਦੇਖਦੇ ਹਾਂ। ਜਿਵੇਂ ਹੁਣ ਆਪਾਂ ਸ਼ੰਭੂ ਤੋਂ ਸਿੱਧਾ ਦਿੱਲੀ ਨੂੰ ਜਾਣਾ ਇਕੱਠੇ ਹੋ ਕੇ, ਬਾਰਡਰ ਟੱਪਣਾ, ਉਹ ਨੇ ਜਿਹੜੇ ਖੜਨ ਵਾਲੇ ਵੀ ਆ ਜੁੱਤੀ ਪੋਲੇ ਵਾਲੇ। ਇੱਕ ਯਾਰ ਉਹ ਹੁੰਦਾ ਕੋਈ ਨਹੀਂ ਯਾਰ ਤੁਸੀਂ ਚੱਲੋ, ਪੈਸੇ ਧੇਲੇ ਦੀ ਲੋੜ ਪੈ ਗਈ, ਕੋਈ ਤੇਲ ਪਾਉਣਾ, ਕੋਈ ਰੋਟੀ ਪਾਣੀ ਲੰਗਰ ਦੀ ਤਾਂ ਖੜੇ ਆ। ਇੱਕ ਯਾਰ ਪੈਸੇ ਵਾਲਾ ਉਹ ਹੁੰਦਾ। ਇੱਕ ਯਾਰ ਜਮਾਂ ਹੀ ਜਿਹਦੀ ਸਿੱਧੀ ਰੱਬ ਨਾਲ ਹੁੰਦੀ ਆ, ਉਹ ਕਹਿੰਦਾ ਯਾਰ ਚਾਹੋ ਮੈਂ ਤੁਹਾਡੇ ਲਈ ਅਰਦਾਸ ਕਰਦਾ, ਪ੍ਰਮਾਤਮਾ ਤੁਹਾਨੂੰ ਕਾਮਯਾਬੀਆਂ ਦੇਵੇ, ਪ੍ਰਮਾਤਮਾ ਤੁਹਾਨੂੰ ਕਾਮਯਾਬ ਕਰੇ। ਤਾਂ ਇਹਨਾਂ ਤਿੰਨਾਂ ਯਾਰਾਂ ਨੂੰ ਨਾਲ ਲੈ ਕੇ ਕਿਸੇ ਨੂੰ ਭੰਡਿਓ ਨਾ ਕਿ ਭਾਈ ਤੂੰ ਨਾਲ ਕਿਉਂ ਨਹੀਂ ਚੱਲਦਾ, ਸ਼ਾਇਦ ਉਹਦੀ ਦੁਆ ਕੰਮ ਆ ਜੇ। ਕਿਸੇ ਨੂੰ ਭੰਡਿਓ ਨਾ ਕਿ ਯਾਰ ਤੂੰ ਤਾਂ ਪੈਸਾ ਨਹੀਂ ਲਾਉਂਦਾ, ਕਿਉਂਕਿ ਕੋਈ ਪੈਸਾ ਲਾ ਸਕਦਾ, ਕੋਈ ਦੁਆ ਕਰ ਸਕਦਾ, ਕੋਈ ਚੱਲ ਸਕਦਾ, ਪਰ ਚੱਲੋ ਸਾਰੇ ਨਾਲ, ਆਪਣੀ ਆਪਣੀ ਸੋਚ ਦੇ ਨਾਲ, ਆਪਣੇ ਆਪਣੇ ਸੋਰਸ ਦੇ ਨਾਲ ਸਾਰੇ ਚੱਲੋ ਤੇ ਜੰਗ ਜਿੱਤੀਏ। ਜੰਗ ਜਿੱਤਾਂਗੇ ਤਾਂ ਭੰਗੜੇ ਵੀ ਪੈਣਗੇ, ਖੁਸ਼ੀਆਂ ਵੀ ਹੋਣਗੀਆਂ, ਤੇ ਨਜ਼ਾਰਾ ਵੀ ਆਊਗਾ ਜ਼ਿੰਦਗੀ ਦਾ। ਨਹੀਂ ਤਾਂ ਐਵੇਂ ਯਾਰ ਧਰਨਿਆਂ ਤੇ ਜਦੋਂ ਲੰਘਦੇ ਜਾਈਦਾ, ਇੱਕ ਬੰਦਾ ਵਿਆਹ 'ਚ ਨੱਚ ਰਿਹਾ ਡੀਜੇ ਤੇ ਦੂਜੇ ਪਾਸੇ ਧਰਨੇ ਤੇ ਬੈਠੇ ਆ, ਦੁੱਖ ਹੁੰਦਾ ਕਿ ਨਹੀਂ ਯਾਰ ਅਸੀਂ ਵੰਡੇ ਪਏ ਆ, ਇਕੱਠੇ ਹੋਣਾ ਪੈਣਾ ਸਾਨੂੰ। ਸੋ ਇੰਨੀਆਂ ਕਿ ਗੱਲਾਂ ਮੇਰੀਆਂ ਜੇ ਚੰਗੀਆਂ ਲੱਗੀਆਂ ਤਾਂ ਦਿਲ 'ਚ ਰੱਖ ਲਿਓ, ਜੇ ਮਾੜੀਆਂ ਲੱਗੀਆਂ, ਕੋਈ ਜ਼ੁਬਾਨ ਆ ਇਹਦੇ 'ਚ ਹੱਡੀ ਤਾਂ ਹੁੰਦੇ ਨਹੀਂ, ਪਰ ਇੰਨੀ ਕੁ ਗੱਲਾਂ ਫਰਕ ਪੈ ਕੇ ਹੱਡੀਆਂ ਤੜਵਾ ਜ਼ਰੂਰ ਦਿੰਦੀ ਆ। ਪਰ ਫਿਰ ਵੀ ਕਿਸੇ ਦੇ ਖਿਲਾਫ ਕੋਈ ਵੀ ਸ਼ਬਦ ਮਾੜਾ ਬੋਲਿਆ ਗਿਆ ਹੋਵੇ, ਉੱਚਾ ਨੀਵਾਂ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ। ਤੁਹਾਡਾ ਭਰਾ ਆ, ਪੁੱਤ ਆ, ਵੀਰ ਆ, ਛੋਟੇ ਬੱਚਿਆਂ ਦਾ ਕੋਈ ਚਾਚਾ ਤਾਇਆ, ਮਾਫ ਕਰਿਓ, ਚੜ੍ਹਦੀ ਕਲਾ ਰੱਖਿਓ, ਇਕੱਠੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਰਾ ਕਿਸਾਨ ਮਜ਼ਦੂਰ ਏਕਤਾ, ਕਿਸਾਨ